ਪਹਿਲਾਂ ਤਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਿ ਤੁਸੀਂ ਇੰਨਾ ਆਪਣਾ ਸਮਾਂ ਕੱਢ ਕੇ ਆਏ ਹੋ। ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਬਹੁਤ ਹੀ ਅਹਿਮ ਮੁੱਦੇ ਤੇ ਮੇਰੇ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਸਾਡੇ ਪ੍ਰਧਾਨ ਸਾਹਿਬ ਅੱਜ ਅਸੀਂ ਇਕੱਠੇ ਆ ਇੱਥੇ ਕਰ ਰਹੇ ਹਾਂ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸੰਤ ਮਹਾਰਾਜ ਅਤਰ ਸਿੰਘ ਜੀ ਦੇ ਤਪ ਸਥਾਨ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੇ ਸਬੰਧ ਦੇ ਵਿੱਚ ਜਿਹੜਾ ਮੁੱਦਾ ਚੱਲਿਆ ਆ ਰਿਹਾ ਹੈ, ਇਸ ਮੁੱਦੇ ਦੇ ਸਬੰਧ ਦੇ ਵਿੱਚ ਬਹੁਤ ਸਾਰੀਆਂ ਪਹਿਲਾਂ ਵੀ ਅਪਡੇਟਸ ਹੋਈਆਂ। ਪਹਿਲਾਂ ਬਹੁਤ ਸਾਰਾ ਲੰਮਾ ਸਮਾਂ ਇਸ 'ਤੇ ਵਿਚਾਰਾਂ ਅਤੇ ਨਾਲ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ। ਅਸੀਂ ਸਭ ਤੋਂ ਪਹਿਲਾਂ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਦੋਨਾਂ 'ਚੋਂ ਇਹ ਨਹੀਂ ਚਾਹੁੰਦਾ ਕਿ ਇਹ ਕਾਲਜ ਜਿਹੜਾ ਨਾ ਬਣੇ। ਹਰ ਬੰਦਾ ਇਹ ਚਾਹੁੰਦਾ ਕਿ ਕਾਲਜ ਬਣੇ ਇਸ ਜਗ੍ਹਾ ਤੇ। ਇੱਥੇ ਹੀ ਸੰਤ ਮਹਾਰਾਜ ਅਤਰ ਸਿੰਘ ਜੀ ਮਹਾਰਾਜ ਦੀ ਧਰਤੀ ਤੇ ਇਹ ਮਸਤੂਆਣਾ ਸਾਹਿਬ ਵਿਖੇ ਕਾਲਜ ਬਣਨਾ ਚਾਹੀਦਾ ਸੀ। ਪਹਿਲਾਂ ਵੀ ਕਹਿੰਦੇ ਰਹੇ ਹਾਂ ਤੇ ਅੱਜ ਵੀ ਕਹਿੰਦੇ ਹਾਂ। ਤੇ ਇਸ ਕਾਲਜ ਦੇ ਕੀ ਮਸਲੇ ਨੇ, ਕਿਵੇਂ 1963-64 'ਚ ਇਹਦੇ ਨੋਟੀਫਿਕੇਸ਼ਨ ਹੋਇਆ। ਸੰਤ ਮਹਾਰਾਜ ਤੇਜਾ ਸਿੰਘ ਜੀ ਵੱਲੋਂ ਵੀ ਇਹਦੇ ਤੇ ਸਹਿਮਤੀ ਪ੍ਰਗਟਾ ਕੇ ਫਿਰ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਇਹਨੂੰ ਸਿੱਖ ਗੁਰਦੁਆਰਾ ਘੋਸ਼ਿਤ ਕਰਕੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਇਹਦੇ ਰੱਖ ਰਖਾਵ ਦਿੱਤਾ ਗਿਆ। ਉਸ ਤੋਂ ਬਾਅਦ ਕੇਸ ਹੋਏ, ਕੇਸਾਂ ਦੇ ਵਿੱਚ ਸਟੇ ਹੋਈ। ਪਿਛਲੇ 40-50 ਸਾਲਾਂ ਤੋਂ ਇਹ ਮਸਲਾ ਜਿਹੜਾ ਹੈ ਕੋਰਟ ਦੇ ਅਧੀਨ ਹੈਗਾ, ਪਰੰਤੂ ਪਿਛਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਇੱਥੇ ਇਹਦਾ ਨੀਂਹ ਪੱਥਰ ਰੱਖਿਆ। ਚਲੋ ਕੋਈ ਗੱਲ ਨਹੀਂ, ਉਹਨਾਂ ਦਾ ਜਿਵੇਂ ਵੀ ਉਹਨਾਂ ਦੇ ਮਨ ਸੀ। ਅਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਕਿ ਜ਼ਮੀਨ ਜਿਹੜੀ ਹੈ ਉਹਨਾਂ ਵੱਲੋਂ ਦਿੱਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇੱਕ ਸੰਵਿਧਾਨ ਦੇ ਤਹਿਤ ਕੰਮ ਕਰਨ ਵਾਲੀ ਸੰਸਥਾ ਹੈ। ਉਹ ਸੰਵਿਧਾਨ ਦੇ ਤਹਿਤ ਕੰਮ ਕਰਦੀ ਹੈ। ਉਹਦੇ ਕਾਨੂੰਨ ਨੇ ਉਹ ਗੌਰਮੈਂਟ ਆਫ ਇੰਡੀਆ ਵੱਲੋਂ ਅਤੇ ਸਾਡੇ ਪੁਰਾਣੇ ਜਿਹੜੀਆਂ ਸਰਕਾਰਾਂ ਵੱਲੋਂ ਜਾਂ ਜਿਹੜੀਆਂ ਸਿੱਖ ਸੰਵਿਧਾਨ ਹੈ ਜਾਂ ਸਿੱਖ ਮਰਿਆਦਾ ਦੇ ਤਹਿਤ ਸੰਵਿਧਾਨ ਬਣੇ ਨੇ ਉਹਦੇ ਤਹਿਤ ਜਿਹੜੇ ਨੇ ਉਹਦੇ ਕਾਨੂੰਨ ਲਾਗੂ ਹੁੰਦੇ ਨੇ। ਅਤੇ ਉਹ ਜਿਹੜੀ ਜ਼ਮੀਨ ਦਾ ਜਿੱਥੇ ਉਹ ਨੋਟੀਫਿਕੇਸ਼ਨ ਹੋ ਕੇ ਉਹਦੇ ਨਾਂ ਹੋਈ ਹੈ ਤਾਂ ਉਹ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਉਹ ਕਾਨੂੰਨਾਂ ਤਹਿਤ ਹੀ ਕੰਮ ਕਰ ਸਕਦੀ ਸੀ। ਅਤੇ ਅੱਜ ਜਿਹੜੀ ਪਿਛਲੇ ਦਿਨੀ ਮਤੇ ਪਾਏ ਗਏ, ਮੈਂ ਇੱਥੇ ਥੋੜ੍ਹਾ ਜਿਹਾ ਦਿਖਾਉਣਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਹ ਤਕਰੀਬਨ 2 ਤੋਂ 3 ਮਤੇ ਜਿਹੜੇ ਪਾਏ ਗਏ, ਵੱਖ-ਵੱਖ ਮਤੇ ਨੇ। ਵੱਖ-ਵੱਖ ਜਿਹੜੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਣ ਨੂੰ ਤਿਆਰ ਹੈ, ਪਰੰਤੂ ਉਹਦੇ ਲਈ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਇੱਕ ਚਿੱਠੀ ਪੱਤਰ ਸਾਡੇ ਨਾਲ ਕਰਨ। ਅਤੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇਹ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਗਈ ਸਕੱਤਰ ਦੇ ਥਰੂ, ਜਿਹਦੇ 'ਚ 20 ਜੁਲਾਈ ਨੂੰ ਇਹ ਜਿਹੜੀ ਹੈ ਇਹ ਚਿੱਠੀ ਲਿਖੀ ਗਈ ਸੀ। ਅਤੇ ਅੱਜ ਤੱਕ ਉਹਦਾ ਕੋਈ ਹਾਂ ਜਾਂ ਨਾ ਦੋਨਾਂ ਦੇ ਵਿੱਚ ਕੋਈ ਵੀ ਉੱਤਰ ਨਹੀਂ ਆਇਆ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਿਹਾ ਸੀ ਕਿ ਇਹਨਾਂ ਦੋਨਾਂ ਦੇ ਵਿੱਚੋਂ ਕੁਛ ਤਾਂ ਸਾਨੂੰ ਜਵਾਬ ਦਿਓ, ਹਾਂ ਕਹੋ ਜਾਂ ਨਾ ਕਹੋ। ਹੁਣ ਮੈਂ ਮਸਲਾ ਅੱਗੇ ਉੱਥੇ ਜਦੋਂ ਅਸੀਂ ਇਹੀ ਮੁੱਦਾ ਉੱਥੇ ਜਥੇਬੰਦੀਆਂ ਕੋਲੇ ਰੱਖਿਆ ਤਾਂ ਜਥੇਬੰਦੀਆਂ ਕਹਿੰਦੀਆਂ ਕਿ ਨਹੀਂ ਜੀ ਇਹ ਜਿਹੜੀ ਹੈ ਅਸੀਂ ਇਹ ਕੰਮ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਕਹਿ ਸਕਦੇ। ਅਤੇ ਮੈਂ ਇੱਥੇ ਗੱਲ ਕਰਨੀ ਚਾਹੁੰਦਾ, ਪਹਿਲਾਂ ਤਾਂ ਇਹ ਹੈ ਕਿ ਸੰਗਤ ਵੀ ਇਹ ਚਾਹੁੰਦੀ ਹੈ ਕਿ ਇਹ ਕਾਲਜ ਬਣੇ, ਅਸੀਂ ਵੀ ਇਹ ਚਾਹੁੰਦੇ ਹਾਂ ਕਿ ਕਾਲਜ ਬਣੇ। ਮਸਲਾ ਦੇਖੋ, ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦਾ, ਮਸਲਾ ਮੈਡੀਕਲ ਕਾਲਜ ਦਾ ਹੈ, ਮਸਲਾ ਜ਼ਮੀਨ ਦਾ ਨਹੀਂ ਹੈ। ਇਹ ਗੱਲ ਸਾਨੂੰ ਜਾਣਨੀ ਪਊਗੀ, ਸਾਨੂੰ ਮੈਡੀਕਲ ਕਾਲਜ ਬਣਾਉਣਾ ਹੈ ਕਿ ਸਾਨੂੰ ਜ਼ਮੀਨ ਚਾਹੀਦੀ ਹੈ। ਇਹਦੇ ਲਈ ਜਿਹੜੀ ਕੁਝ ਬੰਦੇ ਨੇ ਇਹਦੇ 'ਚ ਮੈਂ ਇੱਥੇ ਇਹਦੇ ਬਾਰੇ ਖੁਲਾਸਾ ਅੱਜ ਤਾਂ ਨਹੀਂ ਮੈਂ ਕਹੂੰਗਾ, ਕਿਉਂਕਿ ਅਸੀਂ ਹਲੇ ਸਾਰਥਿਕ ਗੱਲ ਦੇ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਕਾਲਜ ਬਣੇ, ਪਰੰਤੂ ਚੰਦ ਕੁ ਬੰਦੇ ਹੈਗੇ ਨੇ ਜਿਹੜੇ ਇਹ ਸਾਰੇ ਸਿਸਟਮ ਦੇ ਵਿੱਚ ਇਸ ਚੀਜ਼ ਨੂੰ ਸਿਰੇ ਨਹੀਂ ਲੱਗਣ ਦੇਣਾ ਚਾਹੁੰਦੇ। ਜਿੱਥੇ ਉਹ ਚਾਹੇ ਉਹਨਾਂ ਦੀ ਸਿਆਸਤ ਹੈ, ਚਾਹੇ ਉਹ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦੇ ਨੇ, ਚਾਹੇ ਉਹ ਪੈਸੇ ਦੇ ਤੌਰ ਤੇ ਕੁਛ ਨਾ ਕੁਛ ਉਹਨਾਂ ਦੇ ਮੁੱਦੇ ਨੇ, ਚਾਹੇ ਕੋਈ ਹੋਰ ਮੁੱਦੇ ਨੇ। ਅਤੇ ਮੈਂ ਹਲੇ ਲੰਬਾ ਨਹੀਂ ਜਾਊਂਗਾ। ਇਹ ਅਗਲੇ ਭਵਿੱਖ ਦੇ ਵਿੱਚ ਜੇ ਕੋਈ ਗੱਲ ਨਹੀਂ ਕਿਤੇ ਆਪਣੀ ਸਿਰੇ ਚੜ੍ਹਦੀ ਤਾਂ ਇਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਕਿ ਜਿਹੜੀ ਕਿਹੜੇ ਬੰਦਿਆਂ ਨੇ ਇਹਦੇ ਵਿੱਚ ਗੜਬੜ ਕੀਤੀ ਅਤੇ ਕਿਹੜੇ ਬੰਦੇ ਇਸ ਮਸਲੇ ਨੂੰ ਲਮਕਾਉਣਾ ਚਾਹੁੰਦੇ ਨੇ। ਇਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ। ਪਰੰਤੂ ਅੱਜ ਮੈਂ ਇੱਕ ਹੋਰ ਤੁਹਾਨੂੰ, ਜਿੱਥੇ ਇਹ ਚਿੱਠੀ ਲਿਖੀ ਹੈ ਜਿਹੜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਵੱਲੋਂ, ਅਤੇ ਨਾਲ ਹੀ ਮੈਂ ਅੱਜ ਇੱਕ ਹੋਰ ਇਹਨਾਂ ਨੂੰ ਜਿਹੜਾ ਇਸ ਮਸਲੇ 'ਤੇ ਜਥੇਬੰਦੀਆਂ ਨੂੰ ਅਤੇ ਬੇਨਤੀ ਕਰੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਸਰਕਾਰ ਨੂੰ ਕਿ ਸਰਕਾਰ ਜਿਹੜੀ ਹੈ ਉਹ ਇਸ ਮੁੱਦੇ ਦਾ ਹੱਲ ਕਰ ਸਕਦੀ ਹੈ, ਉਹਦੇ ਹੱਥ ਵੱਸ ਹੈ। ਇਸ ਮੁੱਦੇ ਦਾ ਹੱਲ ਜਿਹੜਾ ਹੈ ਉਹ ਜਿਹੜਾ ਟਰਸਟ ਹੈ ਜਿਹਨੂੰ ਬਾਬਾ ਦਰਸ਼ਨ ਜੀ ਵਾਲਾ ਜਿਹੜਾ ਟਰਸਟ ਬਣਾਇਆ ਹੋਇਆ, ਜਿਹੜਾ ਪਿਛਲੇ 8 ਸਾਲ ਪਹਿਲਾਂ ਬਣਿਆ, ਉਹ ਵੀ ਇਸ ਮੁੱਦੇ ਨੂੰ ਹੱਲ ਕਰ ਸਕਦਾ ਹੈ ਅਤੇ ਨਾਲ ਹੀ ਜਥੇਬੰਦੀਆਂ ਵੀ ਕਰ ਸਕਦੀਆਂ ਨੇ। ਇਹਦੇ ਲਈ ਇੱਕ ਬਹੁਤ ਪ੍ਰਪੋਜ਼ਲ ਕੀ ਹੈ, ਪ੍ਰਪੋਜ਼ਲ ਇਹ ਹੈ ਕਿ ਸਰਕਾਰ ਇਸ ਜ਼ਮੀਨ ਨੂੰ ਅਕਵਾਇਰ ਕਰੇ। ਮੈਂ ਫਿਰ ਇਹ ਗੱਲ ਬਹੁਤ ਵੱਡੀ ਹੈ ਕਿ ਸਰਕਾਰ ਜਿਹੜੀ ਹੈ ਇਹ ਜ਼ਮੀਨ ਨੂੰ ਅਕਵਾਇਰ ਕਰ ਸਕਦੀ ਹੈ
ਬਸ਼ਰਤੇ ਕੋ ਰਜਿਸਟਰੀ ਨੂੰ ਰੱਦ ਕਰਕੇ, ਕਿਉਂਕਿ ਮਸਲਾ ਇਸ ਗੱਲ ਤੇ ਪੇਚ ਫਸਿਆ ਹੋਇਆ ਹੈ ਕਿ ਜਿਹੜੀ ਉਹ ਰਜਿਸਟਰੀ ਹੈ ਉਹ ਜਿਹੜੀ ਕਿਸੇ ਟਰਸਟ ਵੱਲੋਂ ਕਰਾਈ ਗਈ ਹੈ ਉਹਨੂੰ ਨਲ ਐਂਡ ਵਾਈਡ ਕੀਤਾ ਜਾਵੇ। ਤੇ ਇਹਦੇ 'ਚ ਮੈਨੂੰ ਲੱਗਦਾ ਕਿ ਕਿਸੇ ਨੂੰ ਇਸ ਗੱਲ 'ਚ ਤਕਲੀਫ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਰਜਿਸਟਰੀ ਮਸਲਾ ਤਾਂ ਇਹੀ ਹੈ ਕਿ ਜ਼ਮੀਨ ਜਿਹੜੀ ਹੈ ਜਦੋਂ ਤੱਕ ਉਹਦਾ ਕੋਰਟ ਦਾ ਫੈਸਲਾ ਨਹੀਂ ਹੁੰਦਾ ਕਿਸੇ ਦੇ ਹੱਕ 'ਚ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਹੈ, ਚਾਹੇ ਕਿਸੇ ਹੋਰ ਦੇ ਹੱਕ 'ਚ ਹੋਵੇ, ਅਸੀਂ ਉਸ ਗੱਲ ਤੇ ਉਹ ਕੋਰਟ ਤੇ ਛੱਡਿਆ, ਮਾਮਲਾ ਜਿਹੜਾ ਹੈ ਉਹ ਜੁਡੀਸ਼ਰੀ ਦੇ ਹੱਕ 'ਚ ਹੈ। ਪਰ ਅਸੀਂ ਅੱਜ ਮੈਂ ਇਹ ਬੇਨਤੀ ਕਰਦਾ ਕਿ ਸਰਕਾਰ, ਟਰਸਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੇ ਜਥੇਬੰਦੀਆਂ ਤੇ ਉਸ ਤੋਂ ਬਾਅਦ ਅਸੀਂ ਸ਼੍ਰੋਮਣੀ ਅਕਾਲੀ ਦਲ, ਅਸੀਂ ਕਹਿੰਦੇ ਹਾਂ ਕਿ ਚਾਹੇ ਇੱਕ ਕਮੇਟੀ ਬਣਾਈ ਜਾਵੇ ਇਹਨਾਂ ਦੀ 2-2 ਬੰਦਿਆਂ ਦੀ, ਉਹ ਇਸ ਗੱਲ ਤੇ ਬੈਠ ਕੇ ਵਿਚਾਰ ਕਰਨ ਜਿੱਥੇ ਇਸ ਮਸਲੇ ਦੇ ਹੱਲ ਲਈ ਜੇ ਇਹ ਸਰਕਾਰ ਜਿਹੜੀ ਹੈ ਚਾਹੇ ਕਿਸੇ ਕੀਮਤ ਤੇ ਕੀਮਤ ਦੇਣੀ ਨਾ ਲੈਣੀ, ਪੈਸੇ ਲੈਣੇ ਨਾ ਲੈਣੇ, ਇਹ ਉਹਨਾਂ ਤਰ੍ਹਾਂ ਦਾ ਮਸਲਾ ਹੈ ਜਿਨ੍ਹਾਂ ਦੀ ਜ਼ਮੀਨ ਹੈ। ਅੱਜ ਜ਼ਮੀਨ ਜਿਹੜੀ ਹੈ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਂ ਤੇ, ਸਾਨੂੰ ਇਸ ਗੱਲ 'ਚ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਤਹਿ ਦਿਲੋਂ ਅਸੀਂ ਇਹ ਗੱਲ ਦੇ ਹਮੇਸ਼ਾ ਅਸੀਂ ਇਸ ਗੱਲ ਦੇ ਹਾਮ ਹੀ ਰਹਾਂ ਕਿ ਜ਼ਮੀਨ ਅੰਗੀਠਾ ਸਾਹਿਬ ਦੇ ਨਾਂ ਹੀ ਰਹਿਣੀ ਚਾਹੀਦੀ ਹੈ। ਪਰ ਸਾਨੂੰ ਇਹ ਜ਼ਮੀਨ ਜਿਹੜੀ ਹੈ ਕੋਈ ਟਰਸਟ ਜਾਂ ਕੋਈ ਹੋਰ ਬੰਦਾ ਨਹੀਂ ਚਾਹੀਦਾ, ਜ਼ਮੀਨ ਅੰਗੀਠਾ ਸਾਹਿਬ ਦੇ ਨਾਂ ਚੱਲੇ। ਤੇ ਅੰਗੀਠਾ ਸਾਹਿਬ ਦੀ ਜਿਹੜੀ ਰੱਖ ਰਖਾਅ ਹੈ, ਅੰਗੀਠਾ ਸਾਹਿਬ ਜਿਹੜਾ ਹੈ ਉਹ ਸਿੱਖ ਗੁਰਦੁਆਰਾ ਘੋਸ਼ਿਤ ਹੋ ਚੁੱਕਿਆ 1964 ਦੇ ਵਿੱਚ, ਆਰਟੀਕਲ 1925 ਦੇ ਤਹਿਤ ਗਵਰਨਮੈਂਟ ਆਫ ਇੰਡੀਆ ਦਾ, ਹਾਈ ਕੋਰਟ ਦਾ, ਜੁਡੀਸ਼ਰੀ ਕਮਿਸ਼ਨ ਦੇ ਸਾਰਿਆਂ ਦੇ ਨੋਟੀਫਿਕੇਸ਼ਨਸ ਹੋਏ ਨੇ, ਜਿਨ੍ਹਾਂ ਦੀਆਂ ਕਾਪੀਆਂ ਇੱਥੇ ਵੀ ਮੇਰੇ ਕੋਲੇ ਮੈਂ ਤੁਹਾਨੂੰ ਦਿਖਾ ਸਕਦਾ ਕਿ ਆਹ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਬਕਾਇਦਾ ਇਹ ਲਿਖਿਆ ਹੋਇਆ ਹੈ ਕਿ ਲਾਭ ਸਿੰਘ ਹੋਰਾਂ ਨੇ ਜਾਂ ਬ੍ਰਿਗੇਡੀਅਰ ਸਾਹਿਬ ਨੇ ਜਿਨ੍ਹਾਂ ਨੇ ਕੇਸ ਕੀਤੇ, ਬਕਾਇਦਾ ਡੇਟਾਂ ਪਾ ਕੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇੰਨੀ ਡੇਟ ਨੂੰ ਇਹ ਕੇਸ ਜਿਹੜੇ ਨੇ ਉਹ ਖਾਰਜ ਕੀਤੇ ਗਏ। ਤੇ ਮੈਂ ਇੱਥੇ ਕਹਿਣਾ ਚਾਹੁੰਦਾ ਗੁਰਦੁਆਰਾ ਅੰਗੀਠਾ ਸਾਹਿਬ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਜ਼ਮੀਨ ਜਿਹੜੀ ਆ ਉਸ ਤੋਂ ਬਾਅਦ ਜਦੋਂ ਫੈਸਲਾ ਕੋਰਟ ਦਾ ਆਊਗਾ ਕਿ ਅੰਗੀਠਾ ਸਾਹਿਬ ਦੀ ਜ਼ਮੀਨ ਦਾ ਕਿੱਥੇ, ਹਾਲਾਂਕਿ ਉਹ ਸ਼੍ਰੋਮਣੀ ਕਮੇਟੀ ਦੇ ਨਾਂ ਹੋ ਚੁੱਕੀ ਹੈ, ਫਿਰ ਵੀ ਜਿੱਥੇ ਟਰਸਟ ਨੇ ਸਟੇ ਲਈ ਹੈ, ਜਿਹੜੀ ਅਕਾਲ ਕੌਂਸਲ ਹੈ, ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਉਹ ਵੀ ਸਾਰੀ ਜ਼ਮੀਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਹੈ, ਸਿੱਖਾਂ ਲਈ ਕੰਮ ਕਰਦੀ ਹੈ, ਪੰਜਾਬ ਦੀ ਸੰਸਥਾ, ਉਹਨਾਂ ਲਈ ਇੱਕ ਚੀਜ਼ ਹੈ ਕਿ ਜਿਹੜਾ ਕੌਂਸਲ ਹੈ ਉਹ ਵੀ ਆਪਦੀ ਸਟੇ ਨੂੰ ਵਾਪਸ ਲਵੇ, ਉਹ ਵੀ ਇਸ ਮਸਲੇ ਤੇ ਆਵੇ ਕਿ ਸਾਰੀ ਜ਼ਮੀਨ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮੈਡੀਕਲ ਕਾਲਜ ਬਣਾਉਣ ਦੇ ਲਈ ਕੰਮ ਕਰੇ। ਹੁਣ ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਮੁੱਦਿਆਂ ਦੇ ਉੱਤੇ ਅੱਜ ਅਸੀਂ ਇਹ ਗੱਲ ਕੀਤੀ ਹੈ, ਮੈਂ ਫਿਰ ਤੁਹਾਡੇ ਜ਼ਰੀਏ ਇੱਕ ਸਰਕਾਰ ਨੂੰ, ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਇਸ ਜ਼ਮੀਨ ਦੀ ਰਜਿਸਟਰੀ ਜਿਹੜੀ ਹੈ ਉਹਨੂੰ ਜੇ ਨਲ ਐਂਡ ਵਾਈਡ ਕਰਕੇ ਉਹਨੂੰ ਅਕਵਾਇਰ ਕੀਤਾ ਜਾਂਦਾ ਹੈ ਤਾਂ ਇਸ ਮਸਲੇ ਦਾ ਹੱਲ ਮੈਨੂੰ ਉਮੀਦ ਹੈ ਕਿ ਹੋ ਸਕਦਾ ਹੈ। ਤੇ ਉੱਥੇ ਬਾਕੀ ਜਿਹੜਾ ਪਿਛਲੇ ਦਿਨੀ ਮੈਂ ਚੈਨਲਾਂ ਦੇ ਜ਼ਰੀਏ ਬਹੁਤ ਜਗ੍ਹਾ ਇਹ ਗੱਲ ਮੈਨੂੰ ਸੁਣਨ ਨੂੰ ਮਿਲੀ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜੀ ਇਹ ਜਿਹੜਾ ਹੈ ਮਸਲਾ ਜਿਹੜਾ ਹੈ ਇਹਦੇ ਵਿੱਚ ਅਸੀਂ ਉੱਥੇ ਜਾ ਕੇ, ਮੈਂ ਇੱਕ ਵਾਰ ਗਿਆ ਵੀ ਉਦੋਂ ਬਾਅਦ ਦੁਬਾਰਾ ਨਹੀਂ ਆਏ। ਮੈਂ ਅੱਜ ਤੁਹਾਡੇ ਜ਼ਰੀਏ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਜਿੱਥੇ ਸਾਨੂੰ, ਸਾਡੀ ਜਥੇਬੰਦੀ ਨੂੰ, ਸਾਡੇ ਜ਼ਿਲ੍ਹੇ ਦੀ ਜਥੇਬੰਦੀ ਨੂੰ ਜਦੋਂ ਤੁਸੀਂ ਬੁਲਾਓਗੇ, ਜਿੱਥੇ ਬੁਲਾਓਗੇ, ਜਿਵੇਂ ਮੀਟਿੰਗ 'ਚ ਬੁਲਾਓਗੇ, ਇੱਕ ਸਾਰਥਕ ਤਰੀਕੇ ਨਾਲ ਜਿੱਥੇ ਕਹੋਗੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ, ਤੁਹਾਡੇ ਨਾਲ ਹਾਜ਼ਰ ਹਾਂ ਤੇ ਤੁਹਾਡੇ ਲਈ ਹਾਜ਼ਰ ਹਾਂ। ਤੇ ਦੂਜੀ ਗੱਲ, ਮੈਂ ਇੱਥੇ ਕੁਝ ਚੀਜ਼ਾਂ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਕਿ ਨਾਲ ਹੀ ਜਿਹੜਾ ਜਿਵੇਂ ਕਿ ਇੱਥੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ 16 ਕਾਲਜਾਂ ਦੀ ਅਨਾਊਂਸਮੈਂਟ ਹੋਈ ਸੀ ਪੰਜਾਬ ਦੇ ਵਿੱਚ। ਮੈਂ ਤੁਹਾਡੇ ਜ਼ਰੀਏ ਮੁੱਖ ਮੰਤਰੀ ਸਾਹਿਬ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਕਿ 16 ਕਾਲਜਸ ਦੇ ਵਿੱਚੋਂ 15 ਕਾਲਜਾਂ ਦਾ ਇੱਥੇ ਤਾਂ ਜ਼ਮੀਨ ਦਾ ਮਸਲਾ ਹੈ, ਉਹ ਤੁਹਾਡੇ ਜ਼ਰੀਏ ਇਹ ਜ਼ਰੂਰ ਦੱਸਣ ਕਿ ਬਾਕੀ 15 ਕਾਲਜਾਂ ਦਾ ਕੀ ਬਣਿਆ, ਉਹਨਾਂ ਦਾ ਸਟੇਟਸ ਕਿੱਥੇ ਹੈ, ਉਹਨਾਂ ਦੀ ਬਿਲਡਿੰਗ ਕਿੱਥੇ ਤੱਕ ਪਹੁੰਚੀ ਹੈ। ਇਹ ਮੈਂ ਤੁਹਾਡੇ ਪ੍ਰੈਸ ਦੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਸਵਾਲ ਕਰਿਓ ਤਾਂ ਕਿ ਅਸੀਂ ਪੰਜਾਬ ਦੇ ਲੋਕ ਜਾਣ ਸਕਣ ਕਿ ਜਿਹੜਾ ਬਾਕੀ 15 ਕਾਲਜ ਨੇ ਉਹਦੀ ਜਿਹੜੀ ਬਿਲਡਿੰਗ ਹੈ ਜਾਂ ਉਹਦੀਆਂ ਕੰਧਾਂ ਜਾਂ ਉਹਦੇ ਕਾਲਜ ਕਦੋਂ ਤੱਕ ਚੱਲ ਗਏ। ਹੁਣ ਇੱਥੇ ਇੱਕ ਹੋਰ ਜਿਹੜੀ ਉੱਥੇ ਪ੍ਰਚਾਰਿਆ ਜਾ ਰਿਹਾ ਸਾਡੇ ਬੰਦਿਆਂ ਉੱਥੇ ਜਿਹੜੀ ਧਰਨੇ ਦੇ ਵਿੱਚ ਕਿ ਇੱਕ ਸਮਝੌਤਾ ਹੋਇਆ ਸੀ। ਆਹ ਸਮਝੌਤਾ ਹੈ ਜਿਹਦੇ 'ਚ ਕਿਸਾਨ ਜਥੇਬੰਦੀਆਂ, ਜਿਹਦੇ 'ਚ ਸਾਡੇ ਜ਼ਿਲ੍ਹੇ ਦੇ ਲੀਡਰ, ਜਿਹਦੇ 'ਚ SGPC ਦੇ ਲੀਡਰ, ਸਾਡੇ ਲੌਂਗੋਵਾਲ ਸਾਹਿਬ ਤੇ ਹੋਰ ਇਕੱਠੇ ਹੋਏ। ਇਹਦੇ 'ਚ ਇਹ ਕਿਹਾ ਗਿਆ ਕਿ ਉਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਜ਼ਮੀਨ ਦੇਵਾਂਗੇ, ਜ਼ਮੀਨ ਸ਼੍ਰੋਮਣੀ ਕਮੇਟੀ ਦੇਊਗੀ। ਪਰ ਮੈਂ ਇੱਥੇ ਦਿਖਾਉਣਾ ਚਾਹੁੰਦਾ, ਇਹਦੇ ਵਿੱਚ ਇਹ ਲਿਖੀ ਹੈ ਇੱਕ ਲਾਈਨ, ਇੱਕ ਤਾਂ ਕਿ 2023-24 ਦੇ ਇਸ ਸੈਸ਼ਨ ਤੋਂ ਕਲਾਸਾਂ ਸ਼ੁਰੂ ਕਰਨਗੇ, B.Ed ਕਾਲਜ ਦੀ ਬਿਲਡਿੰਗ ਹੈ, ਇਹ ਗੱਲ ਲਿਖੀ ਗਈ ਸੀ ਉੱਥੇ, ਪਰ ਹਾਲੇ ਤੱਕ ਉਹ ਸ਼ੁਰੂ ਨਹੀਂ ਹੋਇਆ, ਨਹੀਂ ਕਲਾਸਾਂ ਸ਼ੁਰੂ ਹੋਈਆਂ। ਦੂਜੀ ਗੱਲ, ਸਾਰੀਆਂ ਧਿਰਾਂ ਨੇ ਕਿਹਾ ਕਿ ਨੀਂਹ ਪੱਥਰ ਜਿੱਥੇ ਰੱਖਿਆ ਜ਼ਮੀਨ 25 ਏਕੜ ਉਹੀ ਦੇਣ ਦੀ ਬਣਦੀ ਹੈ। ਬਿਲਕੁਲ ਸਹੀ ਹੈ, ਕੋਈ ਪ੍ਰੋਬਲਮ ਨਹੀਂ। ਪਰ ਉਹ ਤੋਂ ਬਾਅਦ ਇਹ ਲਿਖਿਆ
ਕਿ ਤਜਵੀਜ਼ 25 ਏਕੜ ਜ਼ਮੀਨ ਨੂੰ ਮੌਜੂਦਾ ਚੱਲ ਰਹੇ ਕੇਸਾਂ 'ਚੋਂ ਬਾਹਰ ਕੱਢਣ ਲਈ ਸਾਂਝੇ ਤੌਰ ਤੇ ਬਿਆਨ ਦੇਣ ਜਾਂ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਕੋਸ਼ਿਸ਼ ਕਰਨ ਲਈ ਪਾਬੰਦ ਹੋਣਗੀਆਂ ਤੇ ਕੋਈ ਵੀ ਕਾਨੂੰਨੀ ਅੜਚਣ ਆਉਂਦੀ ਹੈ ਤਾਂ ਉਹ ਆਪਸੀ ਸਹਿਮਤੀ ਨਾਲ ਦੂਰ ਕੀਤੀ ਜਾਵੇਗੀ। ਇਹ ਗੱਲ ਉੱਥੇ ਬੋਲੀ ਗਈ ਹੈ, ਜਦ ਕਿ ਉਹ ਸਟੇਜ ਤੋਂ ਕੁਝ ਬੰਦਾ ਇੱਕ ਦੋ ਬੰਦੇ ਇਹ ਗੱਲ ਬੋਲਦੇ ਨੇ ਕਿ ਜੀ ਇਹਨਾਂ ਨੇ ਮੰਨਿਆ ਸੀ ਕਿ ਜਿਹੜੀ ਇਹ ਜ਼ਮੀਨ ਹੈ ਉਹਨਾਂ ਨੇ ਇਹ ਕਹਿਤਾ ਕਿ ਸ਼੍ਰੋਮਣੀ ਕਮੇਟੀ ਇਹ ਜ਼ਮੀਨ ਅਸੀਂ ਕਹਿੰਦੇ ਅਸੀਂ ਦੇਣ ਨੂੰ ਤਿਆਰ, ਪਰ ਜੇ ਸਾਡੇ ਤੋਂ ਜ਼ਮੀਨ ਕਿਸੇ ਤੋਂ ਤੁਸੀਂ ਮਾਲਕ ਹੋ, ਜੇ ਤੁਹਾਡੇ ਤੋਂ ਕੋਈ ਬੰਦਾ ਜ਼ਮੀਨ ਲੈਣੀ ਚਾਹੁੰਦਾ ਹੈ ਤਾਂ ਉਹ ਤੁਹਾਨੂੰ ਕੁਛ ਨਾ ਕੁਛ ਤਾਂ ਗੱਲ ਕਰੂਗਾ ਨਾ। ਜੇ ਸ਼੍ਰੋਮਣੀ ਕਮੇਟੀ ਦਾ ਮਾਲਕਾਨਾ ਹੱਕ ਹੈ, ਅੱਜ ਤੁਸੀਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਧਰਨਾ ਲਾਇਆ ਹੈ ਤਾਂ ਕੀ ਸ਼੍ਰੋਮਣੀ ਕਮੇਟੀ ਨੂੰ ਜੇ ਸਟੇ ਕਿਤੇ ਗੱਲ ਕਰਦੇ ਹੋ, ਹਾਲਾਂਕਿ ਅਸੀਂ ਨਹੀਂ ਲਈ, ਅਸੀਂ ਸਿਰਫ ਇਹ ਕਿਹਾ ਕਿ ਮੈਡੀਕਲ ਕਾਲਜ ਦੀ ਜੇ ਜ਼ਮੀਨ ਲੈਣੀ ਹੈ ਤਾਂ ਸਰਕਾਰ ਸਾਡੇ ਨਾਲ ਗੱਲ ਕਰੇ, ਇਹੀ ਸ਼੍ਰੋਮਣੀ ਕਮੇਟੀ ਕਹਿੰਦੀ ਹੈ। ਜੇ ਉਹਦੇ ਤੇ ਸਟੇ ਉਹਨਾਂ ਨੂੰ ਮਿਲੀ ਹੈ ਜਾਂ ਉਹਨਾਂ ਨੂੰ ਕੋਈ ਚੀਜ਼ ਮਿਲੀ ਹੈ ਤਾਂ ਜੇ ਉਹਨਾਂ ਦਾ ਹੱਕ ਬਣਦਾ ਉੱਥੇ ਤਾਂ ਹੀ ਮਿਲੀ ਹੈ। ਜੇ ਹੁਣ ਉੱਠ ਕੇ ਮੈਂ ਕਹਾਂ ਕਿ ਮੈਨੂੰ ਸਵੇਰੇ ਉੱਥੇ ਸਟੇ ਦੇ ਕੌਣ ਦੇਊਗਾ? ਨਹੀਂ ਮਿਲ ਸਕਦਾ। ਸੋ ਮੈਂ ਉੱਥੇ ਜਥੇਬੰਦੀਆਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਅੱਜ ਇੱਕ ਪ੍ਰਪੋਜ਼ਲ, ਦੋ ਪ੍ਰਪੋਜ਼ਲਾਂ ਤੁਹਾਡੇ ਕੋਲ ਹੁਣ ਆਈਆਂ ਨੇ। ਇੱਕ ਪ੍ਰਪੋਜ਼ਲ ਦੇ ਵਿੱਚ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਚਿੱਠੀ ਲਿਖਣ ਪ੍ਰਧਾਨ ਧਾਮੀ ਜੀ ਨੂੰ, ਤੇ ਦੂਜੀ ਹੈ ਜੇ ਤੁਹਾਡੇ ਲੱਗਦਾ ਹੈ ਕਿ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਵੱਡੇ ਹੋ, ਤੁਸੀਂ ਸਿੱਖਾਂ ਦੀ ਸਰਮੌਰ ਸੰਸਥਾ ਤੋਂ ਵੱਡੇ ਹੋ ਤਾਂ ਕੋਈ ਗੱਲ ਨਹੀਂ। ਦੂਜਾ ਮਸਲਾ ਇਹ ਹੈ ਕਿ ਤੁਸੀਂ ਉਸ ਰਜਿਸਟਰੀ ਨੂੰ ਕੈਂਸਲ ਕਰਕੇ, ਠੀਕ ਹੈ, ਉਹ ਕੈਂਸਲ ਕਰਕੇ ਇਹ ਜ਼ਮੀਨ ਨੂੰ, ਮੈਂ ਇੱਕ ਪ੍ਰਪੋਜ਼ਲ ਹੈ, ਬਾਕੀ ਅੱਗੇ ਕਾਨੂੰਨੀ ਪਾਕੀ ਨੇ ਉਹ ਸਾਰਾ ਉਹਨਾਂ ਨੇ ਦੇਖਣਾ, ਪਰ ਇਹ ਹੈ ਕਿ ਜਿੰਨੀ ਕੁ ਮੇਰੀ ਸਮਝ ਹੈ ਜਾਂ ਜਿੰਨੀ ਕੁ ਮੈਨੂੰ ਲੱਗਦਾ ਤੁਸੀਂ ਵੀ ਇਸ ਗੱਲ ਤੇ ਸਹਿਮਤ ਹੋਵੋਗੇ ਕਿ ਸਰਕਾਰ ਜਿਹੜੀ ਹੈ ਕਿਸੇ ਵੀ ਜ਼ਮੀਨ ਨੂੰ ਅਕਵਾਇਰ ਕਰ ਸਕਦੀ ਹੈ, ਤੇ ਜੇ ਸਰਕਾਰ ਇਸ ਜ਼ਮੀਨ ਨੂੰ ਅਕਵਾਇਰ ਕਰਦੀ ਹੈ ਤੇ ਮੈਨੂੰ ਲੱਗਦਾ ਕਿਸੇ ਨੂੰ ਇਤਰਾਜ਼ ਨਹੀਂ ਹੋਊਗਾ ਤੇ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਿਕ ਜਿਹੜੀ ਹੈ ਇਹ ਕਾਲਜ ਬਣ ਸਕਦਾ ਹੈ। ਤੇ ਮੈਂ ਇੱਥੇ ਇੱਕ ਅਖੀਰ 'ਚ ਹੋਰ ਗੱਲ ਕਰਨੀ ਚਾਹੁੰਦਾ ਕਿ ਟਰਸਟ ਜਿਹੜਾ ਬਣਿਆ 8 ਸਾਲ ਪਹਿਲਾਂ ਬਣਿਆ, ਅੱਜ ਮੈਂ ਬਾਬਾ ਦਰਸ਼ਨ ਜੀ ਨੂੰ ਵੀ ਬੇਨਤੀ ਕਰਾਂ ਕਿ ਬਾਬਾ ਜੀ ਤੁਸੀਂ ਵੱਡੇ ਹੋ, ਆਪਾਂ ਨੇ ਜ਼ਮੀਨਾਂ ਦਾ ਜਿਹੜਾ ਮਸਲਾ ਹੈ, ਆਪਣਾ ਮਕਸਦ ਜਿਹੜਾ, ਜਿਵੇਂ ਮੱਛੀ ਦੀ ਅਰਜਨ ਨੇ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰਨਾ, ਸਾਡਾ ਵੀ ਮਕਸਦ ਇੱਕੋ ਹੀ ਹੈ ਕਿ ਇੱਥੇ ਮੈਡੀਕਲ ਕਾਲਜ ਬਣੇ ਨਾ। ਸਾਡਾ ਦੇਖੋ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਹਕੂਕ ਬਰਕਰਾਰ ਰੱਖਣੇ ਸਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ। ਜੇ ਅੱਜ ਸ਼੍ਰੋਮਣੀ ਕਮੇਟੀ ਕਮਜ਼ੋਰ ਹੁੰਦੀ ਹੈ ਤਾਂ ਸਾਰੀਆਂ ਧਿਰਾਂ ਕਮਜ਼ੋਰ ਹੁੰਦੀਆਂ ਨੇ। ਅੱਜ ਪੰਜਾਬ 'ਚ ਸਿੱਖੀ ਕਮਜ਼ੋਰ ਹੁੰਦੀ ਹੈ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜੀ ਸ਼੍ਰੋਮਣੀ ਕਮੇਟੀ ਦਾ ਇਹ ਹੈ, ਅੱਜ ਮੰਨ ਲਿਆ ਇੱਕ ਬੰਦਾ ਸ਼੍ਰੋਮਣੀ ਕਮੇਟੀ 'ਚ ਕੋਈ ਮਾੜਾ ਹੋ ਸਕਦਾ, ਸ਼੍ਰੋਮਣੀ ਅਕਾਲੀ ਦਲ 'ਚ ਮਾੜਾ ਹੋ ਸਕਦਾ, ਹੋਰ ਕਿਸੇ ਪਾਰਟੀ 'ਚ ਮਾੜਾ ਹੋ ਸਕਦਾ, ਹਰ ਜਗ੍ਹਾ ਹਰ ਜਥੇਬੰਦੀ 'ਚ ਮਾੜਾ ਹੋ ਸਕਦਾ, ਪਰ ਜਥੇਬੰਦੀ ਜਾਂ ਉਹ ਸੰਸਥਾ ਕਦੇ ਵੀ ਮਾੜੀ ਨਹੀਂ ਹੁੰਦੀ। ਸ਼੍ਰੋਮਣੀ ਕਮੇਟੀ ਤੁਹਾਡੀ ਹੈ, ਲੋਕਾਂ ਦੀ ਹੈ, ਸੰਗਤ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਤੇ ਦੂਜੀ, ਜੇ ਇਹ ਜ਼ਮੀਨ, ਬਹੁਤ ਸਾਰੇ ਸਵਾਲ ਚੱਕਦੇ ਨੇ ਕਿ ਜ਼ਮੀਨ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਨਾਂ ਨਹੀਂ ਹੈਗਾ, ਤੇ ਨਾਂ ਤਾਂ ਵੀਰੋ ਜਿਹਨੇ ਰਜਿਸਟਰੀ ਕਰਾਈ ਹੈ ਗੁਰਦੁਆਰਾ ਅੰਗੀਠਾ ਸਾਹਿਬ ਟਰਸਟ, ਨਾਂ ਤਾਂ ਉਹਦਾ ਵੀ ਹੈ ਨਹੀਂ ਹੈ। ਅੰਗੀਠਾ ਸਾਹਿਬ ਦੇ ਨਾਂ ਜ਼ਮੀਨ ਹੈ, ਅੰਗੀਠਾ ਸਾਹਿਬ ਟਰਸਟ ਦੇ ਨਾਂ ਜ਼ਮੀਨ ਨਹੀਂ ਹੈ। ਸੋ ਇਸ ਕਰਕੇ ਇਹ ਚੀਜ਼ ਤੇ ਜ਼ਰੂਰ ਖਿਆਲ ਕੀਤਾ ਜਾਵੇ। ਮੇਰਾ ਅੱਜ ਦਾ ਮਕਸਦ ਜਿਹੜਾ ਕੋਈ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਕੋਈ ਮਾੜਾ ਬੋਲਣਾ ਇਹ ਨਹੀਂ ਸੀ। ਮੇਰਾ ਅੱਜ ਦਾ ਮਕਸਦ ਜਿਹੜਾ ਹੈ ਉਹ ਸਿੰਪਲੀ ਇਸ ਗੱਲ ਤੇ ਸੀ ਕਿ ਅਸੀਂ ਇੱਕੋ ਚੀਜ਼ ਚਾਹੁੰਦੇ ਹਾਂ ਕਿ ਇਸ ਕਾਲਜ ਦੇ ਮਸਲੇ ਦਾ ਹੱਲ ਹੋਵੇ। ਮਸਲੇ ਦਾ ਹੱਲ ਕਰਨ ਵਾਸਤੇ ਅਸੀਂ ਦੋ ਪ੍ਰਪੋਜ਼ਲਸ, ਇੱਕ ਇਹ ਚਿੱਠੀ ਤੇ ਦੂਜੀ ਪ੍ਰਪੋਜ਼ਲ ਜਿਹੜੀ ਹੈ ਉਹ ਅੱਜ ਕਹਿ ਕੇ ਤੁਸੀਂ ਐਕੁਜੀਸ਼ਨ ਕੀਤੀ ਜਾਵੇ ਤੁਹਾਡੇ ਵੱਲੋਂ। ਇਹ ਸਰਕਾਰ, ਹੁਣ ਪੰਜਾਬ ਸਰਕਾਰ, ਦੋਨਾਂ ਦਾ ਜਵਾਬ ਜੇ ਦੇਣਾ ਚਾਹੁੰਦੀ ਹੈ ਤਾਂ ਕਿਰਪਾ ਕਰਕੇ ਉਹ ਜਵਾਬ ਦੇਵੇ। ਇੰਨੀ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਸੀ, ਤੇ ਉਸ ਤੋਂ ਬਾਅਦ ਜੇ ਤੁਸੀਂ ਕੋਈ ਇਸ ਤੇ ਸਵਾਲ ਜਵਾਬ ਕਰਨਾ ਚਾਹੁੰਦੇ ਤਾਂ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਿਉਂਕਿ ਜੇ ਜਦੋਂ ਕੋਈ ਡਿੱਕਾ ਨਹੀਂ ਹੈ, ਤੁਸੀਂ ਕਹਿੰਦੇ ਹੋ ਸਰਬਸੰਮਤੀ ਨਾਲ ਮਸਲਾ ਹੱਲ ਹੋ ਸਕਦਾ, ਫਿਰ ਧਰਨਾ ਕਿਉਂ ਚੱਲ ਰਿਹਾ ਜਿਹੜਾ ਲਗਾਤਾਰ, ਉਹਦਾ ਕਾਰਨ ਕੀ ਹੈ? ਮੈਂ ਪਹਿਲਾਂ ਕਿਹਾ ਕਿ ਕੁਝ ਚੰਦ ਬੰਦੇ ਨੇ, ਕਿਸੇ ਨੇ ਆਪਣੀ ਸਿਆਸਤ ਚਮਕਾਉਣੀ ਹੈ, ਕਿਸੇ ਨੇ ਆਪਣੇ ਜਿਹੜੇ ਆਲੇ ਦੁਆਲੇ ਕੁਛ ਨਾ ਕੁਛ ਜ਼ਮੀਨਾਂ ਜਿਹਦੀਆਂ ਲੱਗਦੀਆਂ ਨੇ ਉਹਨਾਂ ਦੇ ਕੁਛ ਮਸਲੇ ਨੇ, ਪਰ ਇਸ ਗੱਲ ਤੇ ਮੈਂ ਡੀਪਲੀ ਨਹੀਂ ਜਾਊਂਗਾ। ਮਸਲਾ ਸਾਡਾ ਇਹ ਹੈ, ਸਹਿਮਤੀ ਬਣ ਸਕਦੀ ਹੈ ਜੇ ਸਰਕਾਰ ਚਾਹੇ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚਾਹੁਣ, ਤੇ ਜੇ ਬਾਬਾ ਦਰਸ਼ਨ ਜੀ ਚਾਹੁਣ, ਤੇ ਜੇ ਜਥੇਬੰਦੀਆਂ ਚਾਹੁਣ। ਸ਼੍ਰੋਮਣੀ ਅਕਾਲੀ ਦਲ ਵੈਸੇ ਤਾਂ ਧਿਰ ਹੈ ਨਹੀਂ ਹੈ, ਪਰ ਅਸੀਂ ਆਪਣੇ ਵੱਲੋਂ, ਕਿਉਂਕਿ ਸਾਡੇ ਖਿਲਾਫ ਵੀ ਧਰਨਾ ਹੈ, ਤਾਂ ਅਸੀਂ ਉਸ ਗੱਲ ਨੂੰ ਇੱਥੇ ਪ੍ਰੈਜੈਂਟੇਸ਼ਨ ਕਰਨ ਵਾਸਤੇ ਤੁਹਾਡੇ ਕੋਲ ਆਏ ਹਾਂ। ਅੱਜ ਸਾਰੀਆਂ ਤਰ੍ਹਾਂ ਦੇ ਦੋ ਨੁਮਾਇੰਦੇ ਲਓ ਤੁਸੀਂ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਚਾਹੇ ਉਹ ਜਥੇਬੰਦੀਆਂ ਨੇ, ਚਾਹੇ ਟਰਸਟ ਹੈ, ਤੇ ਚਾਹੇ ਸਰਕਾਰ ਹੈ। ਦੋ ਬੰਦੇ ਲੈ ਕੇ ਉਹਨਾਂ ਸਾਰਿਆਂ ਨੂੰ ਬਿਠਾ ਕੇ ਇਸ ਮਸਲੇ ਦਾ ਹੱਲ ਹੋ ਸਕਦਾ। ਕੋਈ ਦੁਨੀਆ 'ਚ ਇਹੋ ਜਿਹਾ ਮਸਲਾ ਨਹੀਂ ਜਿਹਦਾ ਹੱਲ ਨਹੀਂ। ਹਾਂ, ਜੇ ਉਹ ਚਾਹੁੰਦੇ ਨੇ ਕਿ ਇਹਨੂੰ ਲਮਕਾ ਕੇ ਅੱਗੇ 2024 ਤੱਕ ਮੁੱਖ ਮੰਤਰੀ ਸਾਹਿਬ ਚਾਹੁੰਦੇ ਲੈ ਜਾਣਾ, ਤੇ ਫਿਰ ਵੱਖਰੀ ਗੱਲ ਹੈ ਕਿ ਜਿਵੇਂ ਬਾਕੀ 15 ਕਾਲਜ ਬਣ ਕੇ ਤੇ 16ਵੇਂ ਤੇ ਆਪਾਂ ਸਿਆਸਤ ਕਰੀ ਜਾਣੀ ਹੈ, ਤੇ ਫਿਰ ਅਲੱਗ ਵਿਸ਼ਾ ਜੀ।